ਵੀ ਅੱਜ ਕੱਲ੍ਹ ਦੇ ਜਿਹੜੀ ਯੁੱਗ 'ਚ ਮੁੱਦਿਆਂ ਦੀ ਰਾਜਨੀਤੀ ਖਤਮ ਹੋ ਗਈ। ਹੁਣ ਸਾਰੀ ਰਾਜਨੀਤੀ ਜਿਹੜੀ ਹੈ ਉਹ ਇੱਕ ਤਰੀਕੇ ਨਾਲ ਵੋਟ ਬੈਂਕ ਦੀ ਰਾਜਨੀਤੀ ਹੈ। ਅਸੀਂ ਮੋਟੇ ਲੈਵਲ ਤੇ ਕਹਿ ਦਈਏ ਤਾਂ ਉਹ ਵੋਟ ਬੈਂਕ ਦੀ ਰਾਜਨੀਤੀ ਦੇ ਵਿੱਚ ਹੀ ਸਾਰਾ ਕੁਝ ਹੋ ਜਾਂਦਾ। ਜਿੰਨੀ ਕੁ ਕਿਸੇ ਦੀ ਕਿਸੇ ਥਾਂ ਤੇ ਵੋਟ ਹੈ ਉਨੀ ਕੁ ਉਹਨੂੰ ਅਹਿਮੀਅਤ ਸਿਆਸੀ ਲੈਵਲ ਤੇ ਦਿੱਤੀ ਜਾਂਦੀ ਹੈ। ਮੁੱਦਿਆਂ ਦੀ ਸਿਆਸਤ ਨੇ ਅਕਾਲੀ ਦਲ ਨੂੰ ਨਹੀਂ ਮਾਰਿਆ, ਧਾਰਮਿਕ ਸਿਆਸਤ ਨੇ ਹੀ ਮਾਰਿਆ। ਧਾਰਮਿਕ ਸਿਆਸਤ ਨੇ ਮਾਰਿਆ ਵੀ ਜਿਹੜੀ ਆਮ ਆਦਮੀ ਦੀ ਪਾਰਟੀ ਦੀ ਜਿੱਤ ਹੈ, 92 ਐਮਐਲਏ ਬਣੇ ਆ, ਇਹ ਦੋਨਾਂ ਜਿਹੜੇ ਸਾਡੀਆਂ ਧਿਰਾਂ ਮੇਨ ਜਿਹੜੀਆਂ ਪੋਲਿਟਿਕਸ ਦੀਆਂ ਧਿਰਾਂ ਸੀ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਦਾ ਇਹ ਰਿਜ਼ਲਟ ਇਹਨਾਂ ਨੂੰ ਫਾਇਦਾ ਮਿਲਿਆ। ਜੇਕਰ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਚੈਲੰਜ ਤਾਂ ਆਮ ਆਦਮੀ ਪਾਰਟੀ ਵਾਸਤੇ ਹੈ ਨਾ ਕਿ ਤੁਸੀਂ ਇੱਕ ਤਗੜਾ ਮੈਂਡੇਟ ਲੈ ਕੇ 1 ਸਾਲ ਪਹਿਲਾਂ ਪੰਜਾਬ ਦੀ ਸੱਤਾ ਤੇ ਕਾਬਜ ਹੋਏ ਹੋ। ਅੱਜ ਤੁਹਾਡੇ ਕੋਲ ਤੁਸੀਂ ਪਰੇ ਰਹਿ ਕੇ ਚੱਲ ਰਹੇ ਹੋ ਧਾਰਮਿਕ ਰਾਜਨੀਤੀ, ਧਾਰਮਿਕ ਪਿਛੋਕੜ ਵਾਲੀ ਰਾਜਨੀਤੀ ਤੋਂ। ਤਾਂ ਇਸ ਦਾ ਤੋੜ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਜ਼ਰੂਰ ਇਸ ਏਜੰਡੇ ਤੇ ਕੰਮ ਕਰਨਾ ਚਾਹੀਦਾ ਜਾਂ ਆਮ ਆਦਮੀ ਪਾਰਟੀ ਆਪਣੇ ਉਸੇ ਝੰਡੇ ਵਿੱਚ ਹੀ ਰੱਖੇ? ਇਹ ਪਹਿਲੀ ਵਾਰ ਹੀ ਹੈ ਕਿ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਐਕਸਪੀਰੀਅੰਸ ਹੈ ਵੀ ਕ੍ਰਿਸਚੀਅਨ ਇੱਥੇ ਬੁਲਾ ਲੈਣ। ਕ੍ਰਿਸਚੀਅਨ ਤਾਂ ਅੰਗਰੇਜ਼ਾਂ ਦੇ ਜਾਣ ਦੇ ਪਿੱਛੋਂ ਐਂਗਲੋ ਇੰਡੀਅਨ ਤੇ ਕ੍ਰਿਸਚੀਅਨ ਉੱਥੇ ਉਹਨਾਂ ਨੂੰ ਇੰਨੀਆਂ ਗਾਲਾਂ ਪਈਆਂ ਇੱਥੇ ਲੋਕਾਂ ਤੋਂ ਕਿ ਆਜ਼ਾਦੀ ਲਈ ਸੀ, ਅੰਗਰੇਜ਼ਾਂ ਨੂੰ ਗਾਲਾਂ ਕੱਢਦੇ ਸੀ, ਨਾਲ ਇਹਨਾਂ ਨੂੰ ਪੈਂਦੇ ਸੀਗੀਆਂ ਤੇ ਇਸ ਕਰਕੇ ਤਾਂ ਨਿਕਲੇ ਨਹੀਂ ਸੀ ਸਾਰੀ ਬਾਤ। ਆਮ ਆਦਮੀ ਪਾਰਟੀ ਦੀ ਇਹ ਜਿਹੜੀ ਆਪ ਪੋਲੀਟੀਕਲ ਪਾਰਟੀ ਬਣਾਈ ਹੈ ਕ੍ਰਿਸਚੀਅਨ ਦੀ, ਇਹਦੇ ਪਿੱਛੇ ਬਿਲਕੁਲ ਹੀ ਜਿਹੜੀ ਸਾਡੀ ਸੈਂਟਰ ਦੀ ਬੀਜੇਪੀ ਹੈ, ਰੂਲਿੰਗ ਪਾਰਟੀ ਹੈ, ਉਹ ਇਹਨਾਂ ਗੱਲਾਂ ਦੇ ਪਿੱਛੇ ਖੜੀ ਹੈ। ਸਾਰਾ ਪਹਿਲਾਂ ਉਹਦਾ ਨਜ਼ਰ ਲੱਗਦਾ ਸਾਰਾ ਬਿਲਕੁਲ ਕਲੀਅਰ ਆਉਂਦੀ ਹੈ ਸਾਰੀਆਂ ਗੱਲਾਂ। ਉਹਦੀ ਡਬਲ ਪਾਲਿਸੀ ਚੱਲਦੀ ਹੈ। ਉਹ ਬਾਹਰ ਤਾਂ ਸਾਰੇ ਥਾਵਾਂ ਉੱਤੇ ਕ੍ਰਿਸਚੀਅਨ ਉੱਤੇ ਅਟੈਕ ਹੁੰਦੇ ਆ, ਉਹਨਾਂ ਦੀਆਂ ਪਾਰਟੀਆਂ ਦੇ ਵਰਕਰ ਭਾਜਪਾ ਦੇ ਕਰ ਰਹੇ, ਆਰਐਸਐਸ ਕਹਿ ਦੋ, ਚਲੋ ਜਿਉਂਦੇ ਸਾੜ ਦਿੱਤੇ ਸਾਰੇ ਕਿਤੇ ਸਾਰਾ ਕੁਝ ਚੱਲ ਰਿਹਾ। ਇੱਥੇ ਉਹਨਾਂ ਨੂੰ ਇਹਨਾਂ ਨੂੰ ਸਪੋਰਟ ਕਰ ਰਹੇ ਆ ਇਹ। ਦੈਨਿਕ ਸਵੇਰਾ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਜਲੰਧਰ ਜਿਮਨੀ ਚੋਣ, ਲੋਕ ਸਭਾ ਦੀ ਜਿਮਨੀ ਚੋਣ ਦਾ ਬਿਗਲ ਵੱਜ ਚੁੱਕਾ ਹੈ। 10 ਮਈ ਨੂੰ ਵੋਟਾਂ ਪੈਣੀਆਂ ਨੇ। ਹਾਲਾਂਕਿ ਇਸ ਮਾਮਲੇ 'ਚ ਕਿਉਂਕਿ ਚੌਧਰੀ ਸੰਤੋਖ ਸਿੰਘ ਜੋ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਸਨ, ਜੋ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ, ਉਹਨਾਂ ਦੀ ਅਚਨਚੇਤ ਮੌਤ ਹੋ ਗਈ ਤੇ ਉਸ ਕਰਕੇ ਜਿਮਨੀ ਚੋਣ ਹੋ ਰਹੀ ਹੈ। ਤਾਂ ਉਹਨਾਂ ਦੇ ਪਰਿਵਾਰ ਨੂੰ ਤਾਂ ਟਿਕਟ ਅਨਾਉਂਸ ਹੋ ਚੁੱਕੀ ਹੈ ਪਹਿਲਾਂ ਹੀ, ਪਰ ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਨੇ, ਸਣੇ ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੇ ਸਣੇ ਦੇਸ਼ ਦੀ ਸੱਤਾਧਾਰੀ ਧਿਰ ਭਾਰਤੀ ਜਨਤਾ ਪਾਰਟੀ, ਈਵਨ ਕਿ ਅਕਾਲੀ ਦਲ ਆਲਸੋ, ਉਹਨਾਂ ਨੂੰ ਆਪਣੇ ਉਮੀਦਵਾਰ ਜਿਹੜੇ ਨੇ ਲੱਭਣੇ ਕਾਫੀ ਔਖੇ ਹੋਏ ਪਏ ਨੇ। ਇਹ ਚਰਚਾ ਹੈ ਜਿੱਥੇ ਉਮੀਦਵਾਰ ਨਹੀਂ ਲੱਭ ਰਹੇ, ਹਾਲੇ ਉਹ ਫਾਈਨਲ ਨਹੀਂ ਹੋ ਰਹੇ, ਉੱਥੇ ਇੱਕ ਨਵੀਂ ਪਾਰਟੀ ਨੇ ਇਹਨਾਂ ਚੋਣਾਂ ਦੇ ਪ੍ਰਪੇਖ 'ਚ ਹੀ, ਇਹਨਾਂ ਚੋਣਾਂ ਨੂੰ ਸਨਮੁਖ ਰੱਖਦੇ ਹੋਏ ਜਨਮ ਲੈ ਲਿਆ ਹੈ। ਉਹ ਹੈ ਜੋ ਈਸਾਈ ਭਾਈਚਾਰਾ ਹੈ ਪੰਜਾਬ ਦੇ ਵਿੱਚ। ਚਰਚਾ ਦਾ ਵਿਸ਼ਾ ਰਿਹਾ ਹੈ ਕਿ ਕਿਉਂ ਹੈ ਈਸਾਈ ਭਾਈਚਾਰਾ, ਕਿਉਂ ਫੈਲ ਰਿਹਾ ਹੈ, ਕੀ ਸਥਿਤੀ ਹੈ ਈਸਾਈ ਭਾਈਚਾਰੇ ਦੀ, ਉਹ ਵੱਖਰੀ ਕੰਟਰੋਵਰਸੀ ਹੈ। ਪਰ ਈਸਾਈ ਭਾਈਚਾਰੇ ਨੇ ਪਹਿਲੀ ਵਾਰੀ ਸ਼ਾਇਦ ਪੰਜਾਬ ਦੇ ਚੋਣ ਇਤਿਹਾਸ ਦੇ ਵਿੱਚ ਇਹ ਪਲਾਂਘ ਪੱਟੀ ਹੈ ਕਿ ਉਹ ਹੁਣ ਜਲੰਧਰ ਜਿਮਨੀ ਚੋਣ ਲੜਨ ਦੇ ਇਰਾਦੇ ਨਾਲ ਇੱਕ ਨਵੀਂ ਪਾਰਟੀ ਪੰਜਾਬ ਡੈਮੋਕ੍ਰੈਟਿਕ ਪਾਰਟੀ ਦਾ ਗਠਨ ਕਰਨ ਜਾ ਰਹੇ ਨੇ। ਈਸਾਈ ਭਾਈਚਾਰੇ ਦਾ ਇੱਕ ਸੈਕਸ਼ਨ, ਇੱਕ ਹਿੱਸਾ। ਇਸ ਸਾਰੇ ਪਾਸਿਓਂ ਅਸੀਂ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਜੋ ਨਵੀਆਂ ਪਾਰਟੀਆਂ ਦਾ ਜਨਮ ਹੋ ਰਿਹਾ ਹੈ, ਇਹਨਾਂ ਦਾ ਪੰਜਾਬ ਦੀ ਰਾਜਨੀਤੀ 'ਤੇ ਕੀ ਅਸਰ ਪਏਗਾ। ਤੇ ਦੂਜਾ, ਜਲੰਧਰ ਦੀ ਬਾਈ ਇਲੈਕਸ਼ਨ ਭਾਵੇਂ ਚੌਧਰੀ ਸੰਤੋਖ ਸਿੰਘ ਦੀ ਅਚਨਚੇਤ ਮੌਤ ਕਾਰਨ ਹੀ ਹੋ ਰਹੀ ਹੈ, ਪਰ ਇਹ ਕਿਵੇਂ ਜਿਹੜੀ ਹੈਗੀ ਹੈ ਅਹਿਮ ਸਾਬਤ ਹੋਏਗੀ ਦੇਸ਼ ਦੀਆਂ 2023 ਦੀਆਂ ਆਮ ਚੋਣਾਂ ਦੇ ਮੱਦੇਨਜ਼ਰ। ਮੇਰੇ ਨਾਲ UNI ਦੇ ਸੀਨੀਅਰ ਪੱਤਰਕਾਰ ਰਹੇ ਤੇ ਕਿਸੇ ਵੀ ਜਾਣਕਾਰੀ ਤੋਂ ਮੁਹਤਾਜ ਨਹੀਂ, ਪੱਤਰਕਾਰੀ ਦੇ ਖੇਤਰ ਦੇ ਵਿੱਚ ਭਾਵੇਂ ਕਹਿ ਲਓ ਜਾਂ ਧਾਰਮਿਕ ਪੰਥਕ ਪੱਤਰਕਾਰੀ ਦੇ ਖੇਤਰ ਵਿੱਚ ਵੀ ਕਹਿ ਲਓ, ਅੱਜ ਕੱਲ੍ਹ ਵਿਚਰ ਰਹੇ ਨੇ ਉਹ ਜਸਪਾਲ ਸਿੰਘ ਸਿੱਧੂ ਇਸ ਵਕਤ ਉਚੇਚੇ ਤੌਰ ਤੇ ਬਣੇ ਹੋਏ ਨੇ। ਸਿੱਧੂ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਪਹਿਲੀ ਟਿੱਪਣੀ ਮੈਂ ਇਹੀ ਲੈਣਾ ਚਾਹਾਂਗਾ ਕਿ ਇਹ ਗੱਲਬਾਤ ਕਰਨ ਦਾ ਵੀ ਸਬੱਬ ਇਹ ਤਾਂ ਬਣਿਆ, ਨਹੀਂ ਤਾਂ ਆਪਾਂ ਜਲੰਧਰ ਬਾਈਪੋਲ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਨੇ, ਵਿਸ਼ਲੇਸ਼ਣ ਨੇ, ਥੋੜ੍ਹਾ ਜਿਹਾ ਠਹਿਰ ਕੇ ਵੀ ਸ਼ੁਰੂ ਕਰ ਸਕਦੇ ਸੀ। ਹੋਰ ਖਬਰਾਂ ਬੜੀਆਂ ਨੇ ਹਾਲੇ, ਪਰ ਇੱਕ ਨਵੀਂ ਪਾਰਟੀ ਦਾ ਜਨਮ ਹੋ ਰਿਹਾ ਹੈ ਜਿਹੜੀ ਇੱਕ ਧਰਮ ਤੇ ਆਧਾਰਿਤ ਪਾਰਟੀ ਹੈ। ਪੰਜਾਬ ਦੇ ਸੰਦਰਭ ਦੇ ਵਿੱਚ ਇਹ ਗੱਲ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਕਿ ਧਾਰਮਿਕ ਪਿਛੋਕੜ ਵਾਲੀ ਪਾਰਟੀ ਆ ਰਹੀ ਹੈ। ਪਹਿਲੀ ਟਿੱਪਣੀ ਕੀ ਦੇਣਾ ਚਾਹੋਗੇ, ਕੀ ਤੁਹਾਡਾ ਇਸ ਤੇ ਜਿਹੜਾ ਮਤ ਹੈ? ਦੇਖੋ, ਮੈਨੂੰ ਇਹ ਜਿਹੜੀ ਉਹਨਾਂ ਦੀ ਮੂਵ ਹੈ ਬੜੀ ਚੁਸਤ ਮੂਵ ਲੱਗਦੀ ਹੈ। ਚੁਸਤ ਮੂਵ ਲੱਗਦੀ ਹੈ। ਚੁਸਤ ਇਸ ਕਰਕੇ ਲੱਗਦੀ ਹੈ ਵੀ ਅੱਜ ਕੱਲ੍ਹ ਦੀ ਜਿਹੜੀ ਯੁੱਗ 'ਚ ਮੁੱਦਿਆਂ ਦੀ ਰਾਜਨੀਤੀ ਖਤਮ ਹੋ ਗਈ। ਹੁਣ ਸਾਰੀ ਰਾਜਨੀਤੀ ਜਿਹੜੀ ਹੈ ਉਹ ਇੱਕ ਤਰੀਕੇ ਨਾਲ ਵੋਟ ਬੈਂਕ ਦੀ ਰਾਜਨੀਤੀ ਹੈ। ਅਸੀਂ ਮੋਟੇ ਲੈਵਲ ਤੇ ਕਹਿ ਦਈਏ ਤਾਂ ਉਹ ਵੋਟ ਬੈਂਕ ਦੀ ਰਾਜਨੀਤੀ ਦੇ ਵਿੱਚ ਹੀ ਸਾਰਾ ਕੁਝ ਹੋ ਜਾਂਦਾ। ਜਿੰਨੀ ਕੁ ਕਿਸੇ ਦੀ ਕਿਸੇ ਥਾਂ ਤੇ ਵੋਟ ਹੈ
ਉਨੀ ਕੁ ਉਹਨੂੰ ਅਹਿਮੀਅਤ ਸਿਆਸੀ ਲੈਵਲ ਤੇ ਦਿੱਤੀ ਜਾਂਦੀ ਹੈ। ਇਸ ਮੁੱਦਿਆਂ ਦੀ ਰਾਜਨੀਤੀ ਦੇ ਖਤਮ ਹੋਣ ਤੋਂ ਬਾਅਦ ਹੁਣ ਜਿਹੜੀ ਇਸ ਕਿਸਮ ਦੀ ਰਾਜਨੀਤੀ ਆ ਗਈ, ਇਹਦੇ ਵਿੱਚ ਹਰ ਕੋਸ਼ਿਸ਼ ਹੈ ਵੀ ਵੋਟ ਜਿੰਨੀ ਕੋਈ ਕਿਸੇ ਪਾਸੇ ਆ ਸਕੇ ਉਹ ਇਕੱਠੀ ਕੀਤੀ ਜਾਵੇ, ਤੇ ਨਾਲੇ ਮਾਰਜਨ ਬਹੁਤ ਥੋੜਾ ਰਹਿੰਦਾ। ਇਸ ਕਰਕੇ ਆ ਜਿਹੜਾ ਹਰਪ੍ਰੀਤ ਦਿਓਲ ਹੈ, ਇਹਨੇ ਜਿਹੜੀ ਬਣਾਈ ਹੈ ਪੰਜਾਬ ਡੈਮੋਕ੍ਰੈਟਿਕ ਪਾਰਟੀ, ਇਹਦਾ ਜਿਹੜਾ ਬਣਾਉਣਾ ਆਪਣੇ ਆਪ ਵਿੱਚ ਬੜਾ ਅਹਿਮ ਹੈ ਜੀ। ਤੇ ਮੈਨੂੰ ਇਹ ਲੱਗਦਾ ਵੀ ਇਹ ਉਸ ਤੋਂ ਅੱਗੇ ਹੈ ਜਿਹੜਾ ਕਿ ਡੇਰਾ ਸਰਸਾ ਵਾਲੇ ਤੋਂ। ਡੇਰਾ ਸਰਸਾ ਵਾਲੇ ਦਾ ਨੇ ਪਾਰਟੀ ਨਹੀਂ ਬਣਾਈ, ਪਰ ਉਹਨੇ ਪਾਰਟੀਆਂ ਨੂੰ ਸਪੋਰਟ ਦਿੱਤੀ ਹੈ, ਕਿੰਗ ਮੇਕਰ ਬਣਨ ਦੀ ਕੋਸ਼ਿਸ਼ ਕਰਦਾ ਰਿਹਾ ਹਮੇਸ਼ਾ। ਉਹਦੇ ਵਿੱਚ ਹੁਣ ਜਿਸ ਤਰੀਕੇ ਨਾਲ ਹਰਿਆਣੇ ਦਾ ਹਜੇ ਤੱਕ ਬੀਜੇਪੀ ਜਿਸ ਤਰੀਕੇ ਨਾਲ ਉਸ ਨੂੰ ਸਾਰਾ ਹੁਣ ਜੇਲ੍ਹ 'ਚੋਂ ਵੀ ਸਾਰਾ ਮੌਕਾ ਮਿਲਦਾ ਬਾਹਰ ਆਉਣ ਦਾ, ਸਪੋਰਟ ਕੀਤੀ ਹੈ ਹਰਿਆਣਾ ਗਵਰਨਮੈਂਟ ਕਰ ਰਹੀ ਹੈ ਓਪਨ ਸਪੋਰਟ। ਇਹ ਸਾਰੀਆਂ ਦਾ ਪਤਾ ਵੀ ਇਹਦੇ ਪਿੱਛੇ ਪੋਲੀਟੀਕਲ ਕਾਰਨ ਹੈ ਤੇ ਵੋਟਾਂ ਹੈ। ਉਹਦੀ ਜਿਹੜੀ ਬੋਰਡ ਦੀ ਕਮਾਂਡ ਹੈ, ਵੋਟ ਕਿੰਨੀ ਕੋਈ ਟਰਾਂਸਫਰ ਕਰ ਸਕਦਾ ਨਹੀਂ ਕਰ ਸਕਦਾ। ਜਿੱਥੇ ਜਿਸ ਤਰੀਕੇ ਦਾ ਜਿਹੜਾ ਆਹ ਕ੍ਰਿਸਚਨ ਦਾ ਵਿਸ਼ਵਾਸ ਦੇ ਲੈਵਲ ਦੀਆਂ ਪਾਰਟੀਆਂ, ਉਹਦੇ ਵਿੱਚ ਲੋਕਾਂ ਨੂੰ ਪਤਾ ਹੁੰਦਾ ਵੀ ਵੋਟ ਟਰਾਂਸਫਰ ਕਰਨ ਦੀ ਕਾਫੀ ਕਪੈਸਿਟੀ ਰੱਖਦੇ ਹੁੰਦੇ ਆ, ਜਿਹਦੇ ਵਿੱਚ ਇੱਥੇ ਸਰਸੇ ਵਾਲੇ ਦੀ ਵੀ ਕਪੈਸਿਟੀ ਹੈਗੀ, ਇਹਨਾਂ ਦੀ ਵੀ ਕਪੈਸਿਟੀ ਹੈਗੀ, ਤੇ ਜਿੱਥੋਂ ਤੱਕ ਹੈਗੀ ਅਕਾਲੀ ਦਲ ਦੀ ਜਾਂ ਸਿੱਖ ਲੈਵਲ ਦੀ ਕਪੈਸਿਟੀ ਉਹ ਥੋੜੀ ਜਿਹੀ ਘਟ ਗਈ ਆ ਕਾਫੀ ਕਈ ਗੱਲਾਂ ਕਰਕੇ। ਪਰ ਇਹਨਾਂ ਦੀ ਜਿਹੜੀ ਨਵੇਂ ਫਿਰਕੇ ਬਣਦੇ, ਇਹਨਾਂ 'ਚ ਕਪੈਸਿਟੀ ਬਹੁਤ ਰਹਿੰਦੀ ਹੈ ਹਜੇ ਤੱਕ, ਕਿਉਂਕਿ ਇਹਨਾਂ ਦੀ ਬੜੀ ਸ਼ਰਧਾ ਦਾ ਐਲੀਮੈਂਟ ਇਹਨਾਂ 'ਚ ਬਹੁਤ ਵੱਡਾ ਹੁੰਦਾ। ਪਰ ਤੁਸੀਂ ਕਿਹਾ ਕਿ ਮੁੱਦਿਆਂ ਤੇ ਆਧਾਰਿਤ ਸਿਆਸਤ ਜਿਹੜੀ ਹੈ ਉਸ ਨੂੰ ਦਰਕਨਾਰ ਕਰਦੇ ਹੋਏ ਫਿਰ ਇੱਕ ਤਰ੍ਹਾਂ ਨਾਲ ਪੰਜਾਬ ਦੀ ਪੋਲਿਟਿਕਸ ਜਿਹੜੀ ਹੈ ਉਹ ਧਰਮ ਤੇ ਆਧਾਰਿਤ ਜਾਂ ਫਿਰਕਾ ਪ੍ਰਸਤੀ ਤੇ ਆਧਾਰਿਤ ਪੋਲਿਟਿਕਸ ਵੱਲ ਜਾਣ ਦੀ ਪ੍ਰਤੀਤ ਹੋ ਰਹੀ ਹੈ ਜਾਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰ ਨੂੰ। ਪਰ ਜੋ ਇੱਕ ਮੈਨੂੰ ਇਹਦੇ 'ਚ ਇੱਕ ਚੀਜ਼ ਸਮਝ ਆ ਰਹੀ ਹੈ, ਉਹ ਚੀਜ਼ ਇਹ ਸਮਝ ਆ ਰਹੀ ਹੈ ਕਿ ਜੋ ਤੁਸੀਂ ਵੀ ਇਸ਼ਾਰਾ ਕੀਤਾ ਹੈ ਕਿ ਮਾਰਜਨ ਬੜੇ ਘੱਟ ਰਹਿੰਦੇ ਨੇ। ਪਿਛਲੀ ਵਾਰੀ ਮਰਹੂਮ ਚੌਧਰੀ ਸੰਤੋਖ ਸਿੰਘ ਹੋਣੀ ਜਦੋਂ ਇਲੈਕਸ਼ਨ ਲੜੇ, ਮੇਰੇ ਖਿਆਲ ਦੂਜੇ ਨੰਬਰ ਤੇ ਜਿਹੜਾ ਅਕਾਲੀ ਦਲ ਦਾ ਸ਼ਾਇਦ ਉਮੀਦਵਾਰ ਆਇਆ ਹੈ ਚਰਨਜੀਤ ਸਿੰਘ ਅਟਵਾਲ ਸੀ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ, ਤਾਂ 20,000 ਦਾ ਫਰਕ ਸੀ ਉਹਨਾਂ ਦਾ। ਤਾਂ ਜੋ ਇੱਕ ਨੇੜ ਭਵਿੱਖ ਵਿੱਚ ਫਰਕ ਪੈਂਦਾ, ਅਸਰ ਪੈਂਦਾ ਨਜ਼ਰ ਆ ਰਿਹਾ, ਉਹ ਇਹ ਹੈ ਕਿ ਵਿਨਿੰਗ ਮਾਰਜਨ ਜਿੰਨੀਆਂ ਕੁ ਵੋਟਾਂ ਦਾ ਹੈ ਉਹਨੂੰ ਪ੍ਰਭਾਵਿਤ ਕਰ ਸਕਦੀ ਹੈ। ਮਤਲਬ ਕਿ ਸਿੱਧਾ ਅਸਰ ਇਹ ਜਿਹੜੀ ਜਿਮਨੀ ਚੋਣ ਤੇ ਪਾ ਸਕਦੀ ਹੈ ਇਹ ਪਾਰਟੀ। ਪਾ ਸਕਦੀ, ਛੋਟਾ ਪਵੇ ਬਹੁਤ ਪਵੇ, ਸਵਾਲ ਹੈ ਵੀ ਉਹ ਗਰੁੱਪ ਦੀ ਅਹਿਮੀਅਤ ਬਣੂਗੀ। ਅੱਜ ਕੱਲ ਦਾ ਇੱਕ ਡਿਫਰੈਂਟ ਪਰਸੈਪਸ਼ਨ ਆ ਗਿਆ ਅੱਜ ਦੇ ਯੁੱਗ ਦੇ ਵਿੱਚ, ਸਾਰੀ ਦੁਨੀਆ 'ਚ ਹੈ ਜੀ। ਉਹਦੇ 'ਚ ਹੈ ਤੁਹਾਡੀ ਆਇਡੈਂਟੀਟੀ ਪੋਲਿਟਿਕਸ, ਪਹਿਚਾਣ ਦੀ ਪੋਲਿਟਿਕਸ। ਤੁਸੀਂ ਪਹਿਚਾਣ ਖੜੀ ਕਰਨੀ ਹੈ, ਸਿੱਖ ਲੈਵਲ ਦੀ ਪਹਿਚਾਣ ਹੈ, ਹਿੰਦੂ ਲੈਵਲ ਦੀ ਪਹਿਚਾਣ ਹੈ। ਜਿਹੜਾ ਹੁਣ ਸਾਰਾ ਹਿੰਦੂ ਰਾਸ਼ਟਰ ਕੀ ਹੈ, ਇਹ ਵੀ ਇੱਕ ਪਹਿਚਾਣ ਹੈ ਜੀ, ਆਪਣੀ ਵੱਡੀ ਪਹਿਚਾਣ ਬਣਾਉਣੀ ਵੱਡੇ। ਤੇ ਆ ਜਦੋਂ ਸਾਡੇ ਪੰਜਾਬ 'ਚ ਵੀ ਵੱਖਰਾ ਹੋਣ ਦੀਆਂ ਗੱਲਾਂ, ਉਹ ਵੀ ਸਿੱਖ ਪਹਿਚਾਣ ਖੜੀ ਕਰਨ ਦਾ ਹੀ ਰੌਲਾ। ਇਹ ਜਿਹੜੀ ਸਾਡੇ ਪਾਕਿਸਤਾਨ 'ਚ 47 ਵੇਲੇ ਜਿਹੜਾ ਇਹ ਇਸਲਾਮਿਕ ਸਟੇਟ ਬਣੀ, ਇਹ ਪਹਿਚਾਣ ਦਾ ਰੌਲਾ ਸੀ। ਇਹ ਜਿਹੜੀ ਧਰਮ ਦੇ ਲੈਵਲ ਤੇ ਪਹਿਚਾਨਾਂ ਹੈ ਕਿ ਨਾ ਸਾਰੀਆਂ, ਸਾਡੇ ਸਬ ਕੰਟੀਨੈਂਟ ਦਾ ਪੁਰਾਣੀ ਹਿਸਟਰੀ 'ਚ ਆ ਰਿਹਾ, ਤਕਰੀਬਨ 100 ਸਾਲ ਹੋ ਚੁੱਕਿਆ। ਤੇ ਇਸ ਕਰਕੇ ਪਹਿਚਾਣ ਜਿਹੜੀ ਕਰਨੀ ਹੈ, ਇਹ ਪਹਿਚਾਣ ਆਪਣੇ ਆਪ ਵਿੱਚ ਪਛਾਣ ਖੜੀ ਕਰਨੀ, ਤੇ ਪਹਿਚਾਣ ਦਾ ਫਿਰ ਤੁਸੀਂ ਉਹਨੂੰ ਪੋਲੀਟੀਕਲੀ ਟਰਾਂਸਲੇਟ ਕਰਨਾ। ਇਹ ਸਾਡੇ ਤਾਂ ਬਹੁਤ ਕੁਝ ਚੱਲ ਰਿਹਾ ਸਬ ਕੰਟੀਨੈਂਟ 'ਚ, ਇੰਡੀਅਨ ਸਬ ਕੰਟੀਨੈਂਟ 'ਚ ਪਾਲਟੀਸ਼ਨ ਦੀ ਵੰਡ ਹੋਈ ਹੈ ਸਾਰੀ, ਉਹ ਵੀ ਪਹਿਚਾਣ ਧਰਮਾਂ ਦੀਆਂ ਪਹਿਚਾਣਾਂ 'ਤੇ ਹੋਈ ਹੈ। ਤੇ ਹੁਣ ਵੀ ਸਾਰਾ ਕੁਝ ਜੋ ਪੋਲੀਟਿਕਸ ਭਾਜਪਾ ਦੀ ਆ ਉਹ ਪਹਿਚਾਣ ਤੇ ਆ। ਤੇ ਉਸ ਪਹਿਚਾਣ ਨੂੰ ਦੇਖ ਕੇ ਅਕਾਲੀ ਦਲ ਦੀ ਵੀ ਸਿੱਖ ਆਇਡੈਂਟੀਟੀ ਤੇ ਸਿੱਖ ਪਹਿਚਾਣ ਤੇ ਪੋਲਿਟਿਕਸ ਸੀਗੀ, ਜਿਹੜੀ ਕਿ ਇਹ ਵਿਚਾਲੇ ਜੇ ਧੁਲਮਿਲ ਕਰ ਲੱਗਦੇ। ਇਹਨਾਂ ਨੂੰ ਲੱਗਦਾ ਵੀ ਇੰਨੇ ਸਿੱਖ ਹੈ ਨਹੀਂ ਕਿ ਜਿਹੜਾ ਸਾਨੂੰ ਪੰਜਾਬ ਦੇ ਵਿੱਚ ਇਹ ਕਿਤੇ ਵਿਨਰ ਬਣਾ ਦੇਣ ਜੀ। ਵਿੱਚੋਂ ਸਾਡੇ ਸਿੱਖ ਦੂਜੀਆਂ ਪਾਰਟੀਆਂ ਨਾਲ ਜੁੜੇ ਹੋਏ ਆ, ਬੇਸ਼ੱਕ 55% ਇੱਥੇ ਸਿੱਖ ਪਾਪੂਲੇਸ਼ਨ ਹੈ, ਪਰ ਸਾਰੀ ਦੀ ਸਾਰੀ ਕਦੇ ਵੀ ਅਕਾਲੀ ਦਲ ਨਾਲ ਨਹੀਂ ਭੁਗਤਦੀ, ਬਹੁਤ ਥੋੜਾ ਹਿੱਸਾ ਭੁਗਤਦਾ। ਇਸ ਕਰਕੇ ਇਹ ਦੂਜੀਆਂ ਪਹਿਚਾਣਾਂ ਨੂੰ ਨਾਲ ਲੈਂਦੇ ਆ। ਇਹ ਪਹਿਚਾਣ ਖੜੀ ਕੀਤੀ ਆਪਣੇ ਆਪ। ਤੁਸੀਂ ਪਛਾਣ ਦੀ ਪੋਲਿਟਿਕਸ ਦੀ ਗੱਲ ਕੀਤੀ ਹੈ। ਆਮ ਆਦਮੀ ਪਾਰਟੀ ਦੀ ਜੇਕਰ ਆਪਾਂ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 1 ਸਾਲ ਹੋ ਗਿਆ। ਸਰਕਾਰ ਦੀ ਸਥਿਤੀ ਕੀ ਹੈ, ਇਹ ਗੱਲਬਾਤ ਦਾ ਵਿਸ਼ਾ ਮੈਂ ਨਹੀਂ ਰੱਖਣਾ ਚਾਹੁੰਦਾ, ਕਿਉਂਕਿ ਗੱਲ ਮੈਂ ਇਲੈਕਸ਼ਨ ਤੇ ਲੈ ਕੇ ਚੱਲ ਰਿਹਾ। ਇਲੈਕਸ਼ਨ ਦੇ ਨਤੀਜਿਆਂ ਦੇ ਪ੍ਰਭਾਵ ਪੈ ਸਕਦਾ ਜ਼ਰੂਰ ਇਸ ਗੱਲ ਦਾ। ਪਰ ਆਮ ਆਦਮੀ ਪਾਰਟੀ ਨੇ ਇੱਕ ਕੋਸ਼ਿਸ਼ ਕੀਤੀ ਸੀ 2014 ਦੀਆਂ ਲੋਕ ਸਭਾ ਜਦੋਂ ਲੜੀਆਂ ਪੰਜਾਬ ਦੇ ਵਿੱਚ, ਭਗਵੰਤ ਸਿੰਘ ਮਾਨ ਜਿੱਤੇ ਤੇ ਹੋਰ ਕਿੰਨੇ ਬੰਦੇ ਜਿੱਤੇ, ਤੇ ਫਿਰ 2017 ਦੀਆਂ ਜਿੱਤੀਆਂ ਲੜੀਆਂ, ਭਾਵੇਂ ਜਿੱਤੇ ਨਹੀਂ, ਮੁੱਖ ਵਿਰੋਧੀ ਧਿਰ ਵਜੋਂ ਆਈ। 2019 'ਚ ਵੀ ਲੜੇ, ਭਗਵੰਤ ਸਿੰਘ ਮਾਨ ਖੁਦ ਵੀ ਜਿੱਤੇ, ਤੇ ਇਸ ਵਾਰ ਸਰਕਾਰ ਬਣਾਉਣ 'ਚ ਕਾਮਯਾਬ ਹੋ ਗਏ। ਇਹ ਮੁੱਦਿਆਂ ਦੀ ਪੋਲਿਟਿਕਸ ਵੱਲ ਆਏ ਸੀ। ਇਹਨਾਂ ਨੇ ਧਰਮ ਆਧਾਰਿਤ ਰਾਜਨੀਤੀ ਜਾਂ ਇਸ ਤਰ੍ਹਾਂ ਦੀ ਫਿਰਕਾ ਪ੍ਰਸਤੀ ਦੀ ਰਾਜਨੀਤੀ ਤੋਂ ਦੂਜੇ ਪਾਸੇ ਜਾਂਦੇ ਆ ਪੰਜਾਬੀ ਵੋਟਰ ਨੂੰ ਇੱਕ ਮੋੜਾ ਮੋੜਿਆ ਸੀ ਕਿ ਤੁਹਾਨੂੰ ਇਹ ਕੰਮ, ਤੁਹਾਨੂੰ ਬਿਜਲੀ ਸਸਤੀ ਮਿਲੂਗੀ, ਤੁਹਾਨੂੰ ਰੁਜ਼ਗਾਰ ਮਿਲੂਗਾ, ਤੁਹਾਨੂੰ ਇਹ ਮਿਲੂਗਾ, ਇਹ ਮਿਲੂਗਾ, ਇਹ ਮਿਲੂਗਾ। ਨਿਰੋਲ ਮੁੱਦਿਆਂ ਦੀ ਪੋਲਿਟਿਕਸ ਸੀ, ਕਿਤੇ ਧਰਮ ਦੀ ਗੱਲ ਨਹੀਂ ਸੀ। ਹਾਂ, ਹਾਲਾਂਕਿ ਤਿਰੰਗਾ ਯਾਤਰਾ ਜ਼ਰੂਰ ਅਰਵਿੰਦ ਕੇਜਰੀਵਾਲ ਉਹਨਾਂ ਨੇ ਪੰਜਾਬ 'ਚ ਕੱਢੀ ਸੀ,
ਉਹਦਾ ਵੀ ਅਸਰ ਪੈ ਸਕਦਾ, ਪਰ ਉਹ ਇੱਕ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਪਰ ਲੱਗਦਾ ਹੈ ਕਿ ਫਿਰ ਦੁਬਾਰਾ ਜਿਹੜਾ ਹੈ ਆਮ ਆਦਮੀ ਪਾਰਟੀ ਨੇ ਜੋ ਇੱਕ ਖੜਾ ਕੀਤਾ ਸੀ ਪੰਜਾਬ ਦੇ ਵਿੱਚ, ਜਿਹੜਾ ਇੱਕ ਵਰਤਾਰਾ ਖੜਾ ਕੀਤਾ ਸੀ ਕਿ ਹੌਲੀ ਹੌਲੀ ਧਾਰਮਿਕ ਜਾਂ ਫਿਰਕਾ ਪ੍ਰਸਤੀ ਦੀ ਪੋਲਿਟਿਕਸ ਤੋਂ ਮੁੱਦੇ ਆਧਾਰਿਤ ਪੋਲਿਟਿਕਸ ਤੇ ਆਓ, ਉਸ ਨੂੰ ਫਿਰ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਹੋ ਰਹੀ ਹੈ। ਵੇਖੋ, ਜਿੱਥੋਂ ਤੱਕ ਆਮ ਆਦਮੀ ਦੀ ਜਿੱਤ ਹੈ, ਉਹ ਪੰਜਾਬ ਦੀਆਂ ਜਿਹੜੀ ਬਹੁਤ ਮਾੜੀ ਪਰਫਾਰਮੈਂਸ ਹੈ, ਕਾਰਗੁਜ਼ਾਰੀ ਹੈ ਜੀ ਅਕਾਲੀ ਦਲ ਦੀ, ਹਾਂ, ਜਿਹਨੇ ਕਿ ਧਰਮ ਵਾਲੀ ਪਾਰਟੀ ਹੋਣ ਕਰਕੇ ਜਾਂ ਉਹਦਾ ਬੇਸ ਹੈ ਧਰਮ ਵਾਲੇ ਬੰਦਿਆਂ ਦਾ ਹੋਣ ਕਰਕੇ ਉਹਨਾਂ ਉੱਤੇ ਜਿਹੜਾ ਬਰਗਾੜੀ ਵਾਲੇ ਕੇਸ ਦਾ ਬੇਅਦਬੀ ਦਾ ਦੋਸ਼ ਲੱਗ ਗਿਆ, ਉਹ ਧੋ ਹੀ ਨਹੀਂ ਸਕੇ। ਇਸ ਕਰਕੇ ਆਇਡੈਂਟੀਟੀ ਉਹਨਾਂ ਦੀ ਧੁਲਮਿਲ ਹੋ ਗਈ ਸਾਰੀ, ਆਇਡੈਂਟੀਟੀ ਤੇ ਉਹਦੀ ਪਰਫਾਰਮੈਂਸ। ਕਾਂਗਰਸ ਦੀ ਪਰਫਾਰਮੈਂਸ ਮੁੱਦਿਆਂ ਦੀ ਸਿਆਸਤ ਨੇ ਅਕਾਲੀ ਦਲ ਨੂੰ ਨਹੀਂ ਮਾਰਿਆ, ਧਾਰਮਿਕ ਸਿਆਸਤ ਨੇ ਹੀ ਮਾਰਿਆ, ਧਾਰਮਿਕ ਸਿਆਸਤ ਨੇ ਮਾਰਿਆ। ਤੇ ਇਸ ਕਰਕੇ ਜਿਹੜਾ ਕਾਂਗਰਸ ਹੈ ਉਹਦੀ ਪਰਫਾਰਮੈਂਸ ਬਹੁਤ ਮਾੜੀ ਸੀ। ਉਹਦੇ ਵਿੱਚ ਜਿਹੜਾ ਕੈਪਟਨ ਦਾ ਰੋਲ ਸੀ ਸਾਰਾ, ਉਹਦੇ ਕਰਕੇ ਸਾਰੀ ਕਾਂਗਰਸ ਡੁੱਬ ਗਈ। ਜਾਂ ਕਾਂਗਰਸ ਦਾ ਕਾਡਰ ਸਮਝ ਹੀ ਨਹੀਂ ਪਾਇਆ ਕਿ ਸਾਡਾ ਲੀਡਰ ਕੌਣ ਹੈ, ਜਾਂ ਉਹਨਾਂ ਦੀ ਸਾਰੀ ਉੱਪਰ ਤੋਂ ਵੀ ਲੀਡਰਸ਼ਿਪ ਦੀ ਵੀ ਪ੍ਰੋਬਲਮ ਆ ਗਈ। ਤਾਂ ਮੋਟੇ ਲੈਵਲ ਤੇ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਆਮ ਆਦਮੀ ਦੀ ਪਾਰਟੀ ਦੀ ਜਿੱਤ ਹੈ, 92 MLA ਬਣੇ ਆ, ਇਹ ਦੋਨਾਂ ਜਿਹੜੇ ਸਾਡੀਆਂ ਧਿਰਾਂ ਮੇਨ ਜਿਹੜੀਆਂ ਪੋਲਿਟਿਕਸ ਦੀਆਂ ਧਿਰਾਂ ਸੀ, ਉਹਨਾਂ ਦੀ ਮਾੜੀ ਕਾਰਗੁਜ਼ਾਰੀ ਦਾ ਇਹ ਰਿਜ਼ਲਟ ਇਹਨਾਂ ਨੂੰ ਫਾਇਦਾ ਮਿਲਿਆ ਜੀ। ਉਹ ਇਹ ਮੁੱਦਿਆਂ ਦੀ ਸਿਆਸਤ ਇਹਨਾਂ ਨੇ ਕਿਹੜੀ ਕੀਤੀ ਆ? ਇਹਨਾਂ ਨੇ ਮੈਨੀਫੈਸਟੋ ਇਸ਼ੂ ਨਹੀਂ ਕੀਤਾ, ਇਹਨਾਂ ਤੋਂ ਕੁਝ ਵੀ ਨਹੀਂ ਕੀਤਾ, ਮੈਨੀਫੈਸਟੋ ਇਸ਼ੂ ਨਹੀਂ ਕੀਤਾ, ਮੁੱਦੇ ਲੈ ਕੇ ਨਹੀਂ ਆਏ। ਇੱਥੋਂ ਤੱਕ ਹੀ ਪੰਜਾਬ ਦੇ ਵਿੱਚ ਹਜੇ ਵੀ ਜਿਹੜੀ ਲੋਕਾਂ ਦੀ ਮਾਨਸਿਕਤਾ ਹੈ, SYL, ਪਾਣੀਆਂ ਦਾ ਮਸਲਾ, ਵਿਤਕਰੇ ਦੇ ਮਸਲੇ, ਇਹ 50-60 ਸਾਲਾਂ ਤੋਂ ਚੱਲ ਰਿਹਾ। ਇਹਦੇ ਨਾਲ ਰੀਜਨਲ ਪਾਰਟੀ ਵਾਲਾ ਸਰੂਪ ਹੀ ਇੱਥੇ ਖੜਾ ਹੁੰਦਾ, ਉਹ ਵੀ ਨਹੀਂ ਇਹਨਾਂ ਨੇ ਕੀਤਾ। ਤਿਰੰਗਾ ਯਾਤਰਾ ਤੋਂ ਕਲੀਅਰ ਹੈ ਵੀ ਉਹ ਨਹੀਂ ਕੀਤਾ ਇਹਨਾਂ ਨੇ ਤਾਂ ਕੋਸ਼ਿਸ਼ ਇਹ ਕੀਤੀ ਵੀ ਸਿੱਖ ਬਹੁਤ ਜ਼ਿਆਦਾ ਦੋਨਾਂ ਪਾਰਟੀਆਂ ਤੋਂ ਅਪਸੈਟ ਹੈ, ਸਿੱਖ ਪਾਪੂਲੇਸ਼ਨ, ਅਸੀਂ ਹਿੰਦੂ ਨੂੰ ਨਾਲ ਰੱਖੀਏ ਤਾਂ ਤਿਰੰਗਾ ਯਾਤਰਾ ਕਰਤੀ ਇਹਨਾਂ ਨੇ। ਹਿੰਦੂ ਵੀ ਸਾਰ ਨਾਲ ਗਿਆ ਆਮ ਆਦਮੀ ਪਾਰਟੀ ਦੇ ਬੜੇ ਜ਼ੋਰ ਸ਼ੋਰ ਨਾਲ। ਤੇ ਹੁਣ ਵੀ ਇਹਨਾਂ ਨੇ ਉਸ ਵੋਟ ਨੂੰ ਪੱਕਾ ਕਰਨ ਲਈ ਆ ਜਿਹੜਾ ਨਵਾਂ ਵਰਤਾਰਾ ਕੀਤਾ ਅੰਮ੍ਰਿਤਪਾਲ ਵਾਲਾ, ਇਹਦਾ ਜਿਹੜਾ ਵੱਡਾ ਕਰਕੇ ਲਿਫਾਫੇ ਵਾਂਗੂ ਵੱਡਾ ਵਰਤਾਰਾ ਬਣਾਇਆ ਇਹਨਾਂ ਨੇ, ਜਿਹੜੀ ਸਰਕਾਰੀ ਪੁਲਿਸ ਦੀ ਦਹਿਸ਼ਤ ਫੈਲਾਈ ਹੈ ਸਾਰੀ, ਉਹਦੇ ਵਿੱਚ ਵੀ ਹਿੰਦੂ ਨੂੰ ਵੋਟਰ ਨੂੰ ਖੁਸ਼ ਕਰਨ ਦੀ ਗੱਲ ਹੈ। ਉਹਦੇ 'ਚ ਹਿੰਦੂ ਵੋਟਰ ਨੂੰ ਖੁਸ਼ ਕਰਨਾ, ਕ੍ਰਿਸਚਨ ਨੂੰ ਵੀ ਕਰਨਾ ਆ ਗਿਆ, ਜਾਂ ਥੱਲੇ ਵਾਲੀਆਂ ਜਿਹੜੀਆਂ ਦਲਿਤਾਂ ਨੂੰ ਵੀ, ਸਾਰਿਆਂ ਨੂੰ। ਤੇ ਉਹ ਥੋੜਾ ਜਿਹਾ ਹਿੱਸਾ ਸਿੱਖਾਂ ਦਾ ਹੈਗਾ ਜਿਹੜਾ ਕਿ ਗਰਮ ਪੋਲਿਟਿਕਸ ਕਰਨਾ ਚਾਹੁੰਦਾ। ਉਹ ਗਰਮ ਪੋਲਿਟਿਕਸ ਦੀ ਤੁਸੀਂ ਪੋਲਿਟਿਕਸ ਉਹ ਚੱਲਦੀ ਨਹੀਂ ਇਹਨਾਂ ਦੀ। ਗਰਮ ਪੋਲਿਟਿਕਸ ਨੂੰ ਤੁਸੀਂ ਵੋਟਾਂ 'ਚ ਟਰਾਂਸਲੇਟ ਨਹੀਂ ਕਰ ਸਕਦੇ। ਤੇ ਇਸ ਕਰਕੇ ਇਹ ਉਹਦੇ ਵਿਰੁੱਧ ਖੜੇ। ਉਸ ਨੂੰ ਅਕਾਲੀ ਵੀ ਇਗਨੋਰ ਕਰਦੇ ਰਹੇ, ਪਹਿਲਾਂ ਇਹਨੇ ਕਾਂਗਰਸ ਵੀ ਇਗਨੋਰ ਕਰਦੇ ਰਹੀ, ਤੇ ਇਹ ਹੁਣ ਆਮ ਆਦਮੀ ਪਾਰਟੀ ਨੂੰ ਇਗਨੋਰ ਕਰਤਾ। ਇਸੇ ਕਰਕੇ ਆ ਵੱਡਾ ਸਾਰਾ NSA ਤੱਕ ਪਹੁੰਚ ਗਏ, ਜਿਨ੍ਹਾਂ ਬੰਦਿਆਂ ਤੇ ਕੋਈ ਕਸੂਰ ਨਹੀਂ ਸੀ, ਕੁਛ ਨਹੀਂ ਸੀ, ਆਮ ਬੰਦੇ ਸੀ, ਸਾਡੇ ਫੜ ਕੇ 57 ਵਾਲਿਆਂ ਤੇ NSA ਲੱਗ ਗਈ। ਪਰ ਮੈਂ ਵਾਪਸ ਆ ਰਿਹਾ ਆਪਣੀ ਗੱਲ ਤੇ ਕਿ ਅਸੀਂ ਗੱਲ ਸ਼ੁਰੂ ਕੀਤੀ ਹੈ ਕਿ ਕ੍ਰਿਸਚੀਅਨ ਭਾਈਚਾਰੇ ਨੇ ਆਪਣੀ ਇੱਕ ਪੋਲੀਟੀਕਲ ਜਮਾਤ ਖੜੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਮੇਰੀ ਇੱਕ ਹੋਰ ਕ੍ਰਿਸਚੀਅਨ ਲੀਡਰ ਨਾਲ ਗੱਲ ਹੋ ਰਹੀ ਸੀ, ਹਾਮਿਦ ਮਸ਼ੀਰ ਸਾਹਿਬ ਉਹਦਾ ਨਾਮ ਹੈ, ਕਿ ਉਹ ਕਹਿੰਦੇ ਕਿ ਅਸੀਂ 1989 ਤੋਂ ਪੰਜਾਬ ਕ੍ਰਿਸਚੀਅਨ ਮੂਵਮੈਂਟ ਚਲਾ ਰਹੇ ਹਾਂ, ਤੇ ਸਾਡੀ ਇੱਕ ਵਾਹਦ ਐਸੀ ਜਥੇਬੰਦੀ ਹੈ ਜਿਹੜੀ ਕ੍ਰਿਸਚੀਅਨ ਦੀ ਨੁਮਾਇੰਦਗੀ ਕਰਦੀ ਹੈ, ਤੇ ਅਸੀਂ ਪੋਲੀਟੀਕਲ ਜਿਹੜੀ ਹੈ ਇਹਨਾਂ 'ਚ ਜਾਗਰੂਕਤਾ ਲਿਆਂਦੀ ਹੈ ਕ੍ਰਿਸਚੀਅਨਸ ਦੇ ਵਿੱਚ। ਜਿਹੜੀ ਨਵੀਂ ਪਾਰਟੀ ਹਰਪ੍ਰੀਤ ਦਿਓਲ ਪਾਸਟਰ ਹੈ, ਜਿਹੜਾ ਕਿ ਸ਼ਾਇਦ ਓਪਨ ਚਰਚ ਚਲਾ ਰਹੇ ਨੇ ਕੋਈ, ਉਹ ਕਪੂਰਥਲਾ ਜ਼ਿਲ੍ਹੇ ਦੇ ਕਿਸੇ ਪਿੰਡ ਦੇ ਵਿੱਚ, ਕਿ ਉਹਨਾਂ ਨਾਲ 10-15-20% ਸਾਡਾ ਸੈਕਸ਼ਨ ਹੈਗਾ, ਪਰ ਸਾਡੇ ਸਾਰੇ ਬੰਦੇ ਉਹਨਾਂ ਨਾਲ ਨਹੀਂ। ਮੈਂ ਗੱਲ ਇੱਥੇ ਲੈ ਕੇ ਆਉਣਾ ਚਾਹੁੰਦਾ, ਭਾਵੇਂ ਹਰਪ੍ਰੀਤ ਦਿਓਲ ਹੋਣ ਪਾਸਟਰ ਜਾਂ ਕੋਈ ਹੋਰ ਹੋਣ, ਇਹ ਜਥੇਬੰਦੀ ਜਿਹੜੀ ਬਣਾਈ ਆ ਪੋਲੀਟੀਕਲ, ਇਹਦਾ ਕੁੱਲ ਮਿਲਾ ਕੇ ਉਹਨਾਂ ਨੂੰ ਪਰਤਮਾ ਕੀ ਬੈਨੀਫਿਟ ਹੋਏਗਾ? ਮਤਲਬ ਕਿ ਜਿੱਤਣਾ ਨਾ ਜਿੱਤਣਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਜਿੱਤ ਹਾਰ ਤੇ ਫਰਕ ਪਾਉਣ ਦਾ ਸਵਾਲ ਜ਼ਰੂਰ ਵਿੱਚ ਆ ਰਿਹਾ ਹੈ ਕਿ ਵਿਨਿੰਗ ਮਾਰਜਨ ਬੜੇ ਘੱਟ ਰਹੇ ਨੇ। ਜਲੰਧਰ ਲੋਕ ਸਭਾ ਸੈਗਮੈਂਟ ਦੇ ਵਿੱਚ ਬੜੇ ਘੱਟ ਮਾਰਜਨ ਰਹੇ ਨੇ। ਉਨੀਆਂ ਕੁ ਵੋਟਾਂ ਇਹ ਲੈ ਜਾਣ ਕਿ ਉਨੀ ਕੈਲਕੂਲੇਸ਼ਨ ਹੀ ਸਾਰਿਆਂ ਦੀ ਖਰਾਬ ਕਰ ਦੇਣ। ਆਪਣੇ ਆਪ 'ਚ ਪਾਰਟੀ ਨੂੰ ਕੀ ਫਾਇਦਾ ਹੋਏਗਾ? ਕ੍ਰਿਸਚੀਅਨ ਭਾਈਚਾਰੇ ਨੂੰ ਕੀ ਫਾਇਦਾ ਹੋਏਗਾ? ਤੇ ਵੇਖੋ, ਕ੍ਰਿਸਚੀਅਨ ਭਾਈਚਾਰੇ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ ਹੈ। ਬਾਕੀ ਕਦੇ ਵੀ ਨਹੀਂ ਹੋਇਆ ਵੀ ਦੁਨੀਆ ਦੇ ਵਿੱਚ ਜਿਹੜੀਆਂ ਧਾਰਮਿਕ ਸਾਰੀਆਂ ਪਾਰਟੀਆਂ ਬਣਦੀਆਂ ਵੀ ਸਾਰੇ ਉਸ ਧਾਰਮਿਕ ਦੇ ਫਾਲੋਅਰ ਉਸ ਪਾਰਟੀ ਦੇ ਕਦੇ ਵੀ ਨਹੀਂ ਜਾਂਦੇ, ਕਦੇ ਵੀ ਨਹੀਂ ਹੋਇਆ। ਅਕਾਲੀ ਦਲ ਨਾਲ ਹੀ ਹੋਇਆ, ਮੁਸਲਮਾਨ ਸਾਰੇ ਅਕਾਲੀ ਦਲ ਨਾਲ ਨਹੀਂ ਚਲੇ ਗਏ, ਮੁਸਲਿਮ ਸਾਰੇ ਮੁਸਲਿਮ ਲੀਗ ਨਾਲ ਨਹੀਂ ਚਲੇ ਗਏ। ਮੁਸਲਿਮ ਲੀਗ ਦੀ ਤੁਸੀਂ ਗੱਲ ਕੀਤੀ ਆ, ਮੁਸਲਿਮ ਲੀਗ ਦੀ ਤਾਂ ਹੈਰਾਨੀ ਵਾਲੀ ਗੱਲ ਆ ਵੀ ਉਹਦਾ ਬੇਸ ਹੀ ਹੈ ਨਹੀਂ ਸੀਗਾ, ਬਹੁਤ ਜ਼ਿਆਦਾ। ਯੂਪੀ ਦੇ ਵਿੱਚ ਹੈ ਨਹੀਂ ਸੀ, ਵੈਸਟਰਨ ਯੂਪੀ 'ਚ ਹੈ ਨਹੀਂ ਸੀ, ਹੁਣ ਤੱਕ ਮੁਸਲਮਾਨ ਉੱਥੇ ਇਹਦੇ ਵਿਰੋਧ 'ਚ ਖੜਾ ਸੀਗਾ, ਬਹੁਤ ਥਾਵਾਂ ਤੇ ਹੈ ਨਹੀਂ ਸੀ। ਪੰਜਾਬ ਦੇ ਵਿੱਚ ਬੇਸ ਨਹੀਂ ਸੀ ਉਹਨਾਂ ਦਾ, ਪਰ ਉਹਨਾਂ ਦਾ ਲੀਡਰਸ਼ਿਪ ਜਨਾਹ ਦੀ ਬਹੁਤ ਵੱਡੀ ਸੀਗੀ, ਤਕੜੀ ਲੀਡਰਸ਼ਿਪ ਸੀ, ਬੜਾ ਚੁਸਤ ਲੀਡਰ ਸੀਗਾ, ਆਪਣੇ ਕੱਦ ਬਹੁਤ ਵੱਡਾ ਸੀ। ਉਹ ਨਹਿਰੂ ਦੇ ਤੇ ਗਾਂਧੀ ਦੇ ਬਰਾਬਰ ਦਾ ਪਹੁੰਚ ਗਿਆ। ਬੇਸ਼ੱਕ ਉਹਦੀ ਫਾਲੋਇੰਗ ਉਸ ਲੈਵਲ ਤੇ ਨਹੀਂ ਸੀਗੀ, ਤੇ ਉਹ ਆਪਦਾ ਦੇਸ਼ ਨੂੰ ਵੱਖਰਾ ਵੀ ਕਰਾ ਗਿਆ ਸਾਰੇ ਲੈਵਲ ਤੇ। ਇਸ ਕਰਕੇ ਜੇ ਫਰਜ਼ ਕੀਤਾ ਵੀ ਕ੍ਰਿਸਚੀਅਨ ਦੇ ਵਿੱਚ
ਕੋਈ ਇਸ ਕਿਸਮ ਦਾ ਪਾਸਟਰ ਚੁਸਤੀ ਦੀਆਂ ਸਾਰੀਆਂ ਗੱਲਾਂ ਕਰਦਾ। ਪੋਲੀਟਿਕਸ ਵਿੱਚ ਸਟੇਟਮੈਂਟ ਕੀ ਦਿੰਦੇ ਹੋ, ਪੋਜੀਸ਼ਨਾਂ ਕੀ ਲੈਂਦੇ ਹੋ, ਇਹ ਮੈਟਰ ਕਰਦੀਆਂ ਸਾਰੀਆਂ ਪੋਲੀਟੀਕਲ ਪੋਜੀਸ਼ਨਾਂ, ਤੇ ਪਰਸੈਪਸ਼ਨ ਕੀ ਕ੍ਰੀਏਟ ਕਰਦੇ ਹੋ। ਜਿਹੜੀ ਪੋਲੀਟਿਕਸ ਦੀ ਖੇਡ ਆ ਉਹ ਸਾਰੀ ਤੁਹਾਡੇ ਪਰਸੈਪਸ਼ਨ ਤੇ ਆ, ਤੁਹਾਡੇ ਮਨਾਂ ਵਿੱਚ ਕਿਸ ਕਿਸਮ ਦਾ ਅਕਸ਼ ਖੜਾ ਕਰ ਦਿੰਦੇ ਹੋ। ਇਸ ਕਰਕੇ ਅਕਸ਼ ਇਹ ਕਰ ਰਹੇ ਆ ਸਾਰਾ, ਇਹ ਬੈਨੀਫਿਟ ਹੋਊਗਾ ਇਹਨਾਂ ਨੂੰ, ਤੇ ਪੋਲੀਟੀਕਲੀ ਇਹ ਇੱਕ ਵੇਟ ਬਣਨਗੇ। ਤੁਸੀਂ ਅਮਰਤਪਾਲ ਦਾ ਨਾਮ ਲਿਆ। ਅਮਰਤਪਾਲ ਨੇ ਬੜਾ ਸਿੱਧਾ ਹਮਲਾ ਕ੍ਰਿਸਚੀਅਨਸ ਦੇ ਉੱਤੇ ਕੀਤਾ ਸੀ, ਜਿਹੜਾ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਚੱਲ ਰਿਹਾ ਹੈ। ਐਸਜੀਪੀਸੀ ਵੀ ਗਾਹੇ ਬਗਾਹੇ ਬੋਲਦੀ ਰਹਿੰਦੀ ਹੈ, ਅਕਾਲੀ ਦਲ ਵਾਲੇ ਵੀ ਦੱਬੀ ਜ਼ੁਬਾਨ 'ਚ ਬੋਲਦੇ ਰਹਿੰਦੇ ਨੇ, ਬੀਜੇਪੀ ਵਾਲੇ ਤਾਂ ਸ਼ਰੇਆਮ ਬੋਲਣ ਲੱਗ ਪਏ ਨੇ। ਹਾਲਾਂਕਿ ਬੀਜੇਪੀ ਦੀ ਆਪਣੀ ਪੋਲਿਟਿਕਸ ਹੈ ਜੋ ਸਮਝ ਆਉਂਦੀ ਹੈ ਕਿ ਬੀਜੇਪੀ ਦਾ ਇੱਕ ਇਹ ਵੀ ਤਰੀਕਾ ਕਰ ਰਿਹਾ ਹੈ ਪੰਜਾਬ ਦੀ ਰਾਜਨੀਤੀ ਜਾਂ ਦੇਸ਼ ਦੀ ਰਾਜਨੀਤੀ ਨੂੰ ਚਲਾਉਣ ਦਾ, ਕਿ ਜਿੰਨੀਆਂ ਘੱਟ ਗਿਣਤੀਆਂ ਨੇ ਉਹਨਾਂ ਨੂੰ ਇਕੱਠੇ ਨਾ ਹੋਣ ਦੀ ਬਜਾਏ ਉਹਨਾਂ ਨੂੰ ਆਪੋ ਆਪਣੇ ਧਰਮਾਂ ਦੀਆਂ, ਆਪੋ ਆਪਣੀ ਘੱਟ ਗਿਣਤੀ ਫਿਰਕਿਆਂ ਦੀਆਂ ਪੋਲੀਟੀਕਲ ਜਮਾਤਾਂ ਦੇ ਵਿੱਚ ਵੰਡ ਕੇ ਰੱਖੋ। ਸਿੱਖਾਂ ਨੂੰ ਅਕਾਲੀ ਦਲ ਤੱਕ ਹੀ ਸੀਮਤ ਰੱਖੋ ਕਰਕੇ, ਮੁਸਲਮਾਨਾਂ ਨੂੰ ਮੁਸਲਿਮ ਪਿੱਠਭੂਮੀ ਵਾਲੇ ਲੀਡਰਾਂ ਨਾਲ ਹੀ ਜੋੜ ਕੇ ਰੱਖੋ। ਤੇ ਇਸੇ ਤਰ੍ਹਾਂ ਜਿਹੜੀ ਹੈ ਨਵੀਂ ਇੱਕ ਪੋਲੀਟੀਕਲ ਜਾਗਰੂਕਤਾ ਵਾਲੀ ਪਾਰਟੀ ਇਹ ਆਈ ਹੈ ਕ੍ਰਿਸਚੀਅਨਸ ਦੀ, ਕਿਉਂਕਿ ਹਾਲਾਂਕਿ ਬੋਧੀ ਵੀ ਨੇ, ਜੈਨੀ ਵੀ ਨੇ, ਘੱਟ ਗਿਣਤੀਆਂ, ਪਰ ਉਹ ਪੋਲੀਟੀਕਲੀ ਇੰਨੇ ਜਾਗਰੂਕ ਨਹੀਂ ਹੈਗੇ, ਐਕਟਿਵ ਨਹੀਂ ਹੈਗੇ। ਇਹ ਕੋਈ ਕਿਸੇ ਦਾ ਦੋਸ਼ ਨਹੀਂ ਹੈਗਾ, ਨਾ ਕਿਸੇ ਦੇ ਉੱਤੇ ਕੋਈ ਇਹ ਵਿਸ਼ੇਸ਼ਣ ਹੈ, ਪਰ ਇਹ ਫੈਕਟ ਹੈ। ਤਾਂ ਇਹ ਇੱਕ ਲੱਗਦਾ ਨਹੀਂ ਕਿ ਵੀ ਇਹ ਵੀ ਇੱਕ ਕੂਟਨੀਤੀ ਹੋ ਸਕਦੀ ਹੈ ਕਿ ਈਸਾਈਆਂ ਨੂੰ ਵੀ ਜਿਹੜਾ ਹੈ ਆਪਣੀ ਜਿਹੜੀ ਘੱਟ ਗਿਣਤੀ ਖੜੀ ਹੋ ਰਹੀ ਹੈ, ਉਹ 20% ਕਹਿੰਦੇ ਨੇ ਪੰਜਾਬ ਦੀ ਪੋਲਿਟਿਕਸ ਦਾ, 50-60 ਲੱਖ ਬਣ ਜਾਂਦੇ ਨੇ, ਤਾਂ ਘੱਟੋ ਘੱਟ 30-35 ਲੱਖ ਵੀ ਲੈ ਕੇ ਆਈਏ ਤਾਂ ਉਹਨਾਂ ਨੂੰ ਆਪਣੇ ਹੀ ਭਾਈਚਾਰੇ ਤੱਕ ਸੀਮਤ ਰੱਖੀਏ, ਕਦੇ ਉਹ ਭੁੱਲ ਕੇ ਕਿਤੇ ਸਿੱਖਾਂ ਨਾਲ ਜਾਂ ਕਿਸੇ ਹੋਰਾਂ ਨਾਲ ਨਾ ਮਿਲ ਕੇ ਜਿਹੜਾ ਪੋਲੀਟੀਕਲੀ ਆਪਣੇ ਜਿਹੜਾ ਹਿੱਸਾ ਪਾਉਣ ਲੱਗ ਜਾਣ। ਦੇਖੋ, ਪਹਿਲੀ ਗੱਲ ਤਾਂ ਇਹ ਮੇਰੇ ਖਿਆਲ ਦੇ ਮੁਤਾਬਕ ਈਸਾਈਆਂ ਦੀ ਐਸ ਸੱਚ ਕੋਈ ਪਾਰਟੀ ਹੈ ਨਹੀਂ ਸੀ ਦੇਸ਼ ਦੇ ਵਿੱਚ। ਬੇਸ਼ੱਕ ਨਾਰਥ ਈਸਟ ਦੇ ਵਿੱਚ ਈਸਾਈ ਆ ਸਾਰੇ, ਉਹ ਜਿਹੜੇ ਜਿਸ ਪ੍ਰਭੂ ਸਤਾ ਲਈ ਉਹ ਲੜਾਈ ਕਰਦੇ ਆ, ਈਵਨ ਵੱਖਵਾਦ ਲਈ ਵੀ ਕੀਤਾ ਉਹਨਾਂ ਨੇ, ਉਹ ਜਿਹੜੀਆਂ ਲੜਾਈਆਂ ਉਹਨਾਂ ਨੇ ਕੀਤੀਆਂ ਸਾਰੀਆਂ ਉਹ ਹੋਰ ਬੈਨਰ ਥੱਲੇ ਆ, ਧਰਮ ਦੇ ਬੈਨਰ ਨਾਲੋਂ ਸਾਰੇ ਇਸ ਕਿਸਮ ਦੇ। ਬੇਸ਼ੱਕ ਉੱਥੇ ਸਾਰੇ ਬਹੁਤ ਜ਼ਿਆਦਾ ਈਸਾਈ ਹੈਗੇ ਸਾਰੇ, ਤੇ ਇਹ ਪਹਿਲੀ ਵਾਰੀ ਕਿਸੇ ਪੋਲੀਟੀਕਲੀ ਲੈਵਲ ਦੀ ਤੁਸੀਂ ਬਣਾਈ ਹੈ। ਮੈਨੂੰ ਲੱਗਦਾ ਕੋਈ ਪੋਲੀਟੀਕਲ ਵੇਟ ਉਹਨਾਂ ਨੂੰ ਸਮਝ ਆ ਗਿਆ, ਕੋਈ ਨਾ ਕੋਈ ਅੰਦਰੋਂ ਅੰਦਰੀ ਪੋਲੀਟੀਕਲ ਵੇਟ ਉਹਨਾਂ ਦਾ ਹੋਏਗਾ, ਜਿਹੜੇ ਕਰਕੇ ਪਾਸਟਰਾਂ ਦੇ ਵਿਰੁੱਧ ਜੰਗ ਸ਼ੁਰੂ ਕੀਤੀ ਸੀ ਅਮਰਤਪਾਲ ਨੇ, ਉਹ ਵੀ ਵਿੱਚੇ ਛੱਡ ਗਿਆ। ਦਿੱਲੀ ਤੋਂ ਆਏ ਸੀਗੇ, ਦਿੱਲੀ ਗੁਰਦੁਆਰਾ ਕਮੇਟੀ ਦੇ ਬੰਦੇ ਦਾ ਦਫ਼ਤਰ ਖੋਲ੍ਹਿਆ ਸੀ, ਉਹ ਵੀ ਵਿੱਚ ਚੁੱਪ ਕਰ ਗਏ 2-4 ਸਟੇਟਮੈਂਟਾਂ ਦੇਣ ਤੋਂ ਬਾਅਦ। ਹੁਣ ਐਵੇਂ ਕੁਝ ਹੋਰ ਡਰਾਮੇਬਾਜ਼ੀ ਕਰੀ ਜਾਂਦੇ ਆ। ਇਸ ਕਰਕੇ ਇਹ ਸਾਰੀ ਗੱਲ ਦੇ ਵਿੱਚੋਂ ਉਹਨਾਂ ਦੀ ਇੱਕ ਇੱਥੇ ਸਟੈਂਡਿੰਗ, ਉਹ ਖਾਸ ਕਰਕੇ ਉਹਨਾਂ ਨੂੰ ਸਪੋਰਟ ਮਿਲੀ ਹੈ, ਜਿਹਦੇ ਵਿੱਚ ਇਹ ਪਾਰਟੀ ਨਿਕਲੀ ਹੈ। ਜੇ ਉਹਨਾਂ ਨੂੰ ਇਹ ਨਹੀਂ ਹੋਇਆ ਵੀ ਉਹ ਬਿਲਕੁਲ ਹੀ ਔਰਫਨ ਹੋ ਗਏ ਤੇ ਉਹਨਾਂ ਦਾ ਕੋਈ ਸਪੋਰਟ ਨਹੀਂ ਰਹੀ, ਉਹਨਾਂ ਨੂੰ ਸਿਆਸੀ ਸਪੋਰਟ ਮਿਲੀ ਹੈ, ਤੇ ਹੁਣ ਉਹਦੇ ਵਿੱਚੋਂ ਅਗਲਾ ਸਟੈਪ ਉਹਨਾਂ ਨੇ ਥੋੜਾ ਜਿਹਾ ਅੱਗੇ ਜਾਣ ਦਾ ਕਰਤਾ, ਜਿਹੜਾ ਪਾਰਟੀ ਬਣਾ ਕੇ। ਇਹ ਪਹਿਲੀ ਵਾਰ ਹੀ ਹੈ ਕਿ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਐਕਸਪੀਰੀਅੰਸ ਹੈ ਵੀ ਕ੍ਰਿਸਚੀਅਨ ਇੱਥੇ ਬਣਾ ਲੈਣ। ਕ੍ਰਿਸਚੀਅਨ ਤਾਂ ਅੰਗਰੇਜ਼ਾਂ ਦੇ ਜਾਣ ਦੇ ਪਿੱਛੋਂ, ਐਂਗਲੋ ਇੰਡੀਅਨ ਤੇ ਕ੍ਰਿਸਚੀਅਨ, ਉੱਥੇ ਉਹਨਾਂ ਨੂੰ ਇੰਨੀਆਂ ਗਾਲਾਂ ਪਈਆਂ ਇੱਥੇ ਲੋਕਾਂ ਤੋਂ ਕਿ ਵੀ ਆਜ਼ਾਦੀ ਲਈ ਸੀ, ਅੰਗਰੇਜ਼ਾਂ ਨੂੰ ਗਾਲਾਂ ਕੱਢਦੇ ਸੀ, ਨਾਲ ਇਹਨਾਂ ਨੂੰ ਪੈਂਦੇ ਸੀਗੀਆਂ, ਤੇ ਇਸ ਕਰਕੇ ਤਾਂ ਨਿਕਲੇ ਨਹੀਂ ਸੀ ਸਾਰੀ ਬਾਤ। ਜਿਸ ਤਰੀਕੇ ਨਾਲ ਸਾਡਾ ਮੁਸਲਮਾਨ ਡਿਫੈਂਸਿਵ ਹੈ, ਮੁਸਲਮਾਨ ਪੋਲਿਟਿਕਸ ਵਿੱਚ ਆਇਆ ਨਹੀਂ, ਦੂਜੀਆਂ ਪਾਰਟੀਆਂ 'ਚ, ਸਿੱਧੀ ਆਪਦੀ ਪਾਰਟੀ 'ਚ ਨਹੀਂ ਚੱਲ ਸਕਦਾ। ਇੰਨੀ ਗਿਣਤੀ ਹੋਣ ਦੇ ਬਾਵਜੂਦ, 20 ਕਰੋੜ ਦੀ ਗਿਣਤੀ ਹੋਣ ਦੇ ਬਾਵਜੂਦ ਵੀ ਮੁਸਲਮਾਨ ਦੀ ਆਪਦੀ ਕੋਈ ਪੋਲੀਟੀਕਲ ਸੇ ਹੈ ਨਹੀਂ। ਉਹਦਾ ਸਪਰੈਡ ਹੋਣ ਦੀ ਵੀ ਗੱਲ ਹੈ, ਅਦਰਵਾਈਜ਼ ਵੀ ਹੈ ਨਹੀਂ ਉਹਦੀ, ਤਾਂ ਹੈ ਨਹੀਂ ਵੀ ਉਹਨਾਂ ਨੂੰ ਹਜੇ ਵੀ ਇਹ ਦੋਸ਼ ਲੱਗੀ ਜਾਂਦਾ ਤੁਸੀਂ ਪਾਕਿਸਤਾਨ ਬਣਾਤਾ, ਦੇਸ਼ ਵੰਡਤਾ। ਇਹਨਾਂ ਨੂੰ ਸੀ ਵੀ ਤੁਸੀਂ ਸਾਡੇ ਤੇ ਇੰਨਾ ਧੱਕਾ ਸਾਡੇ ਤੇ ਅੰਗਰੇਜ਼ਾਂ ਨੇ ਕੀਤੇ। ਇਸ ਕਰਕੇ ਇਹਦਾ ਪਹਿਲੀ ਵਾਰੀ ਹੈਰਾਨੀ ਵਾਲੀ ਗੱਲ ਹੈ ਵੀ 70-75 ਸਾਲ ਬਾਅਦ ਇਹ ਬਾਹਰ ਇਹ ਸਾਰੇ ਦੋਸ਼ਾਂ 'ਚੋਂ, ਇਹ ਸਾਰੇ ਜਿਹੜਾ ਭਾਰ ਬਹਿ ਗਏ ਸੀ, ਪੁਰਾਣਾ ਬੈਗ ਹੈ ਚੱਕੀ ਫਿਰਦੇ ਦੋਸ਼ਾਂ ਦਾ, ਉਹਦੇ 'ਚੋਂ ਇਹ ਮੁਕਤ ਹੋਏ ਆ। ਜੇਕਰ ਆਪਾਂ ਮੌਜੂਦਾ ਪੰਜਾਬ ਦੀ ਸੱਤਾਧਾਰੀ ਧਿਰ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਅਸੀਂ ਬੀਜੇਪੀ ਦਾ ਵੀ ਥੋੜ੍ਹਾ ਜਿਹਾ ਛੋਹ ਕੇ ਦੇਖਿਆ ਕਿ ਕਿਸ ਏਜੰਡੇ 'ਤੇ ਬੀਜੇਪੀ ਕੰਮ ਕਰਦੀ ਹੈ, ਖਾਸ ਕਰ ਘੱਟ ਗਿਣਤੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੋਲੀਟੀਕਲੀ ਕਿਸ ਤਰ੍ਹਾਂ ਜਿਹੜਾ ਹੈ ਆਪਣੀ ਕੂਟਨੀਤੀ ਜਿਹੜੀ ਚੱਲਦੀ ਹੈ। ਅਕਾਲੀ ਦਲ ਦਾ ਵੀ ਆਪਾਂ ਨੂੰ ਸਪਸ਼ਟ ਹੈ ਕਿ ਅਕਾਲੀ ਦਲ ਤਾਂ ਲੜਦਾ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੈ ਤੇ ਆਪਣੇ ਆਪ ਨੂੰ ਪੰਥਕ ਹੀ ਖਵਾਉਂਦਾ, ਭਾਵੇਂ ਹਲਫਨਾਮਿਆਂ ਦਾ ਮਾਮਲਾ ਹਾਲੇ ਵੀ ਅਦਾਲਤਾਂ 'ਚ ਵਿਚਾਰਧੀਨ ਹੈ ਕਿ ਪਾਰਟੀ ਜਿਹੜੀ ਹੈ ਉਹ ਜਿਹੜੀ ਹੈ ਧਰਮ ਤੋਂ ਅਧੀਨ ਹੈ ਕਿ ਧਰਮ ਤੋਂ ਬਾਹਰ ਹੈ। ਜੇਕਰ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਚੈਲੰਜ ਤਾਂ ਆਮ ਆਦਮੀ ਪਾਰਟੀ ਵਾਸਤੇ ਹੈ ਨਾ ਕਿ ਤੁਸੀਂ ਇੱਕ ਤਗੜਾ ਮੈਂਡੇਟ ਲੈ ਕੇ 1 ਸਾਲ ਪਹਿਲਾਂ ਪੰਜਾਬ ਦੀ ਸੱਤਾ ਤੇ ਕਾਬਜ਼ ਹੋਏ ਹੋ, ਅੱਜ ਤੁਹਾਡੇ ਕੋਲ ਤੁਸੀਂ ਪਰੇ ਰਹਿ ਕੇ ਹੀ ਚੱਲ ਰਹੇ ਹੋ ਧਾਰਮਿਕ ਰਾਜਨੀਤੀ, ਧਾਰਮਿਕ ਪਿਛੋਕੜ ਵਾਲੀ ਰਾਜਨੀਤੀ ਤੋਂ, ਤਾਂ ਇਸ ਦਾ ਤੋੜ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਜ਼ਰੂਰ ਇਸ ਏਜੰਡੇ 'ਤੇ ਕੰਮ ਕਰਨਾ ਚਾਹੀਦਾ, ਜਾਂ ਆਮ ਆਦਮੀ ਪਾਰਟੀ ਆਪਣੇ ਉਸੇ ਝੰਡੇ ਨੂੰ ਚੁੱਕੀ ਰੱਖੇ? ਦੇਖੋ, ਆਮ ਆਦਮੀ ਪਾਰਟੀ ਦਾ ਪਹਿਲੀ ਗੱਲ ਤਾਂ ਇਹ ਵੀ ਆਮ ਆਦਮੀ ਪਾਰਟੀ ਦੀ ਇਹ ਜਿਹੜੀ
ਪੋਲੀਟੀਕਲ ਪਾਰਟੀ ਬਣਾਈ ਹੈ ਕ੍ਰਿਸਚੀਅਨ ਦੀ, ਇਹਦੇ ਪਿੱਛੇ ਬਿਲਕੁਲ ਹੀ ਜਿਹੜੀ ਸਾਡੀ ਸੈਂਟਰ ਦੀ ਬੀਜੇਪੀ ਹੈ, ਰੂਲਿੰਗ ਪਾਰਟੀ ਹੈ, ਉਹ ਇਹਨਾਂ ਗੱਲਾਂ ਦੇ ਪਿੱਛੇ ਖੜੀ ਹੈ ਸਾਰਾ। ਪਹਿਲਾਂ ਨਜ਼ਰ ਆ ਰਹੀ ਹੈ, ਉਹਦਾ ਨਜ਼ਰ ਲੱਗਦਾ ਸਾਰਾ ਬਿਲਕੁਲ ਕਲੀਅਰ ਆ, ਉਹਦੀਆਂ ਸਾਰੀਆਂ ਗੱਲਾਂ, ਉਹਦੀ ਡਬਲ ਪਾਲਿਸੀ ਚੱਲਦੀ ਹੈ। ਉਹ ਬਾਹਰ ਤਾਂ ਸਾਰੇ ਥਾਵਾਂ ਉੱਤੇ ਕ੍ਰਿਸਚਨ ਉੱਤੇ ਅਟੈਕ ਹੁੰਦੇ ਆ, ਉਹਨਾਂ ਦੀਆਂ ਪਾਰਟੀਆਂ ਦੇ ਵਰਕਰ ਭਾਜਪਾ ਦੇ ਕਰ ਰਹੇ, RSS ਕਹਿ ਦਿਓ, ਚਲੋ ਜਿਉਂਦੇ ਸਾੜ ਦਿੱਤੇ ਗਏ, ਸਾਰੇ ਕਿਤੇ ਸਾਰਾ ਕੁਝ ਚੱਲ ਰਿਹਾ। ਇੱਥੇ ਉਹਨਾਂ ਨੂੰ ਇਹਨਾਂ ਨੂੰ ਸਪੋਰਟ ਕਰ ਰਹੇ ਆ, ਇਹ ਕਲੀਅਰ ਸਪੋਰਟ ਕਰ ਰਹੇ ਆ। ਬਹੁਤ ਥਾਵਾਂ ਉੱਤੇ ਲੋਕ ਓਪਨਲੀ ਦੋਸ਼ ਲਾ ਰਹੇ ਆ ਵੀ ਭਾਈ ਭਾਜਪਾ ਦੀ ਇੱਥੇ ਡਬਲ ਪਾਲਿਸੀ ਹੈ ਸਾਰੀ। ਇੱਥੇ ਪਾਲਿਸੀ ਹੈ ਵੀ ਇੱਥੇ ਅਕਾਲੀ ਦਲ ਨੂੰ ਵੀ ਕਮਜ਼ੋਰ ਕਰਕੇ ਰੱਖਣਾ, ਆਮ ਆਦਮੀ ਤੇ ਵੀ ਇਸ ਗੱਲ ਦਾ ਅਟੈਕ ਹੋਣਾ ਸਾਰਾ, ਜੇ ਵੱਖਰੀ ਕਿਸਮ ਦੀ ਗੱਲਬਾਤ, ਤੇ ਮੁੜ ਕੇ ਕਾਂਗਰਸ ਤੇ ਵੀ ਇਹ ਸਾਰਾ ਕੁਝ, ਕਿਉਂਕਿ ਮੋਸਟਲੀ ਦਲਤਾਂ 'ਚੋਂ ਹੈਗੇ ਆ ਜਾਂ ਥੱਲੇ ਵਾਲੇ ਮਤਲਬ ਕਿ ਨਿਮਨ ਆਰਥਿਕ ਲੈਵਲ ਤੇ ਨਿਮਨ ਥੱਲੇ ਵਾਲੇ ਬੰਦੇ, ਜਾਂ ਆਰਥਿਕ ਲੈਵਲ ਦੀ ਜਿਹੜੀ ਜਾਤੀ ਲੈਵਲ ਦੇ ਨਿਮਨ ਜਾਤੀ ਦੇ ਉਹਨਾਂ 'ਚੋਂ ਬੰਦੇ ਆਉਂਦੇ ਆ। ਇਸ ਕਰਕੇ ਉਹ ਸਾਰੇ ਕਾਂਗਰਸ ਦੇ ਵਰਕਰ ਹੁੰਦੇ ਸੀਗੇ ਮੋਸਟਲੀ, ਅਕਾਲੀ ਦਲ ਨਾਲ ਨਹੀਂ ਰਹੇ। ਅਕਾਲੀ ਦਲ ਦਾ ਤਾਂ ਕਿਸਾਨੀ 'ਚ ਬਹੁਤ ਵੱਡਾ ਰੋਲ ਰਿਹਾ ਹੈਗਾ। ਤੇ ਇਸ ਕਰਕੇ ਇਹ ਸਾਰੀ ਪੋਲੀਟੀਕਲ ਗੇਮ ਦੇ ਪਿੱਛੇ ਆਪਣੀ ਭਾਜਪਾ ਵੀ ਖੜੀ ਆ ਸਾਰੀ ਗੱਲ, ਜਿਹਦੇ ਕਰਕੇ ਸਾਨੂੰ ਇਹ ਲੱਗਦਾ ਹੁੰਦਾ ਵੀ ਇਹਦੇ ਕਰਕੇ ਇਹ ਸਾਰਾ ਅਕਾਲੀ ਦਲ ਵੀ ਚੁੱਪ ਕਰ ਗਿਆ, ਆਪਣੇ ਦਿੱਲੀ ਵਾਲੇ ਵੀ ਆ ਕੇ ਇੱਥੇ ਦਫ਼ਤਰ ਖੋਲ ਕੇ ਵੀ ਚੁੱਪ ਕਰ ਗਏ, ਦਿੱਲੀ ਕਮੇਟੀ ਵਾਲੇ, ਤੇ ਇਹ ਵੀ ਚੁੱਪ ਕਰ ਗਿਆ, ਆਪਣਾ ਅੰਮ੍ਰਿਤਪਾਲ ਵੀ ਬਿਲਕੁਲ ਆ ਕੇ ਨਾ ਹੀ ਨਹੀਂ ਲਿਆ ਇੱਕ ਅੱਧਾ ਦੀ ਸਟੇਟਮੈਂਟ ਦੇਣ ਤੋਂ ਬਾਅਦ। ਤੇ ਇਸ ਕਰਕੇ ਇਹਦਾ ਮਤਲਬ ਵੀ ਇਹ ਸਾਰਾ ਕੁਝ ਪੋਲੀਟੀਕਲੀ ਅੰਦਰ ਖਾਤੇ ਚੱਲ ਰਿਹਾ। ਜੀ, ਅਸੀਂ ਗੱਲ ਕੀਤੀ ਹੈ ਜਸਪਾਲ ਸਿੰਘ ਸਿੱਧੂ ਉਹਨਾਂ ਦੇ ਨਾਲ, ਵੈਟਰਨ ਪੱਤਰਕਾਰ ਨੇ। ਗੱਲਬਾਤ ਦਾ ਵਿਸ਼ਾ ਸੀ ਕਿ ਜੋ ਪੰਜਾਬ ਦੇ ਵਿੱਚ ਨਵੀਂ ਪੋਲੀਟੀਕਲ ਜਮਾਤ ਦਾ ਆਗਾਜ਼ ਹੋਇਆ ਹੈ, ਉਹ ਹੈ ਕ੍ਰਿਸਚਨ ਭਾਈਚਾਰੇ ਨੇ ਪੰਜਾਬ ਡੈਮੋਕ੍ਰੈਟਿਕ ਪਾਰਟੀ ਸ਼ਾਇਦ ਨਾਮ ਹੈ ਉਹਦਾ, ਇੱਕ ਫੈਕਟਰ ਨੇ, ਉਹਨਾਂ ਨੇ ਇਹ ਪਾਰਟੀ ਦਾ ਜਿਹੜਾ ਹੈ ਆਰੰਭ ਕੀਤੀ ਹੈ ਇਹ ਪਾਰਟੀ। ਪਰ ਇਹਦਾ ਅਸਰ ਕਿੰਨਾ ਕੁ ਪਏਗਾ, ਉਹ ਸਪਸ਼ਟ ਤੌਰ ਤੇ ਇਹੀ ਕਹਿਣਾ ਬਣਦਾ ਹੈ ਬੜੇ ਹੀ ਸਪਸ਼ਟ ਸ਼ਬਦਾਂ ਦੇ ਵਿੱਚ ਕਿ ਵਿਨਿੰਗ ਮਾਰਜਨ ਜਿਹੜੇ ਨੇ ਜਲੰਧਰ ਲੋਕ ਸਭਾ ਜਿਮਨੀ ਚੋਣ ਦੇ ਵਿੱਚ ਉਹਨਾਂ ਦੇ ਉੱਤੇ ਅਸਰ ਪੈ ਸਕਦਾ ਹੈ, ਕਿਉਂਕਿ 19 ਕੁ ਗਿਣਤੀ ਜ਼ਿਆਦਾ ਫਰਕ ਜਿਹੜੇ ਨੇ ਜੇਤੂ ਵੋਟਾਂ ਦਾ ਅੰਤਰ ਜ਼ਿਆਦਾ ਨਹੀਂ ਰਹਿੰਦਾ ਰਿਹਾ। ਜਿਮਨੀ ਚੋਣ ਹੈ, ਵਾਢੀਆਂ ਦਾ ਸਮਾਂ ਹੈ, ਵਾਢੀਆਂ ਥੋੜ੍ਹੀਆਂ ਡਿਲੇ ਹੋ ਗਈਆਂ ਨੇ ਮੌਸਮੀ ਖਰਾਬੀ ਕਾਰਨ, ਤਾਂ ਉਹਨਾਂ ਦਿਨਾਂ ਦੇ ਵਿੱਚ 10 ਮਈ ਨੂੰ ਵੋਟਾਂ ਪੈਣੀਆਂ ਨੇ, ਚੋਣ ਪ੍ਰਚਾਰ ਵੀ ਹੋਣਾ ਹੈ। ਸ਼ਾਇਦ ਜਿਹੜਾ ਹੈ ਇੰਨੀਆਂ ਜ਼ਿਆਦਾ ਵੋਟਾਂ ਨਾ ਭੁਗਤ ਸਕਣ, ਤੇ ਜੇਕਰ ਇਹ ਐਕਟਿਵਲੀ ਜਿਹੜਾ ਇਮਰਜ ਹੋ ਗਏ ਜਲੰਧਰ ਬਾਈਪੋਲ ਦੇ ਵਿੱਚ, ਤਾਂ ਇਹ ਜ਼ਰੂਰ ਆਪਣਾ ਕੰਮ ਕਰ ਜਾਣਗੇ ਮਤਲਬ ਕਿ ਆਪਣੀ ਜਿਹੜੀ ਹੈ ਸਥਾਪਤੀ ਦਰਜ ਕਰ ਜਾਣਗੇ। ਇਸੇ ਨੋਟ ਨਾਲ ਅਸੀਂ ਅੱਜ ਦੀ ਗੱਲਬਾਤ ਸਮਾਪਤ ਕਰਦੇ ਹਾਂ। ਜਲੰਧਰ ਬਾਈਪੋਲ ਨੂੰ ਲੈ ਕੇ, ਇਹਦੇ ਪੰਜਾਬ ਦੀ ਪੋਲਿਟਿਕਸ ਦੇ ਉੱਤੇ, ਅਗਲੇ ਸਾਲ ਹੋਣ ਵਾਲੀਆਂ ਦੇਸ਼ ਦੀਆਂ ਆਮ ਚੋਣਾਂ ਦੇ ਉੱਤੇ ਕੀ ਅਸਰ ਪਏਗਾ, ਕੁਝ ਇੱਕ ਹੋਰ ਪ੍ਰੋਗਰਾਮ ਅਸੀਂ ਜ਼ਰੂਰ ਅਗਲੇ ਦਿਨਾਂ 'ਚ ਤੁਹਾਡੇ ਲਈ ਲੈ ਕੇ ਆਵਾਂਗੇ। ਬਹੁਤ ਸ਼ੁਕਰੀਆ ਸਿੰਘ ਸਾਹਿਬ, ਬਹੁਤ ਸ਼ੁਕਰੀਆ ਜੀ।